ਹੈਲੋ ਸਟੂਡੈਂਟ, ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਸਟੱਡੀ ਵਿਦ ਆਰਡੀ ਸਰ। ਅੱਜ ਅਸੀਂ ਡਿਸਕਸ ਕਰਾਂਗੇ ਜੀ ਲੂਸੈਂਟ ਬੁੱਕ ਦੀ ਪਹਿਲਾ ਜਿਹੜਾ ਚੈਪਟਰ ਹੈ ਫਿਜ਼ਿਕਸ ਦੇ ਬਾਰੇ, ਜਨਰਲ ਸਾਇੰਸ ਦੇ ਬਾਰੇ ਅਸੀਂ ਡਿਸਕਸ ਕਰਾਂਗੇ। ਜਨਰਲ ਸਾਇੰਸ ਦਾ ਟੌਪਿਕ ਸਟਾਰਟ ਕਰ ਰਹੇ ਹਾਂ। ਇਹਦੇ ਵਿੱਚ ਅਸੀਂ ਡਿਸਕਸ ਕਰਾਂਗੇ ਜੀ ਜਿਹੜਾ NTPC ਦਾ ਐਗਜ਼ਾਮ ਆ ਰਿਹਾ ਉਹਦੇ ਵਿੱਚ ਤੁਸੀਂ ਜਿਹੜਾ ਜਨਰਲ ਸਾਇੰਸ ਹੈ ਇਹ 30 ਨੰਬਰ ਦਾ ਤੁਹਾਡਾ ਜਿਹੜਾ ਐਗਜ਼ਾਮ ਦੇ ਵਿੱਚ ਸਿਲੇਬਸ ਦੇ ਵਿੱਚ ਪੇਪਰ ਆਉਣਾ ਹੈ। ਉਹਦੇ ਵਿੱਚ ਤੁਸੀਂ ਆਪਣੀ ਸਾਇੰਸ ਦਾ ਇਹ ਟੌਪਿਕ ਤੁਸੀਂ ਕਵਰ ਕਰ ਸਕਦੇ ਹੋ। ਅਤੇ ਜੋ ਸਟੂਡੈਂਟ ਇਸ ਚੈਨਲ ਦੇ ਉੱਪਰ ਨਵੇਂ ਨੇ ਪਲੀਜ਼ ਇਸ ਵੀਡੀਓ ਨੂੰ ਲਾਈਕ ਵੀ ਕਰ ਦੇਣਾ, ਸ਼ੇਅਰ ਵੀ ਕਰ ਦੇਣਾ ਅਤੇ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਆਪਣੇ ਫਰੈਂਡਸ ਦੇ ਨਾਲ। ਅਤੇ ਉਸ ਤੋਂ ਬਾਅਦ ਬੈਲ ਆਈਕਨ ਦਾ ਬਟਨ ਵੀ ਦਬਾ ਦਿਓ ਜੀ ਤਾਂ ਕਿ ਤੁਹਾਨੂੰ ਇਸੇ ਤਰ੍ਹਾਂ ਦੀ ਫਰਦਰਸ ਵੀਡੀਓ ਮਿਲਦੀਆਂ ਰਹਿਣ। ਅਤੇ ਆਓ ਜੀ ਹੁਣ ਅਸੀਂ ਆਪਣੇ ਇਸ ਵੀਡੀਓ ਨੂੰ ਤੁਸੀਂ ਆਪਣੇ ਨਾਲ ਲੂਸੈਂਟ ਦੀ ਬੁੱਕ ਜ਼ਰੂਰ ਲੈ ਕੇ ਬੈਠਣਾ। ਲੂਸੈਂਟ ਬੁੱਕ ਲੈ ਲਓ ਜਾਂ ਤੁਸੀਂ ਆਪਣੇ ਨਾਲ ਅਰੀਹੰਤ ਦੀ ਬੁੱਕ ਵੀ ਲੈ ਸਕਦੇ ਹੋ ਤਾਂ ਕਿ ਇਹਦੇ ਵਿੱਚ ਤੁਹਾਨੂੰ ਕਾਫੀ ਪੁਆਇੰਟ ਜਿਹੜੇ ਨੇ ਜੇ ਨੋਟ ਕਰਨੇ ਪੈਣ ਤੁਸੀਂ ਨੋਟ ਵੀ ਕਰ ਲੈਣਾ ਆਪਣੀ ਬੁੱਕ ਦੇ ਵਿੱਚੋਂ। ਅਤੇ ਇਹ ਲੂਸੈਂਟ ਬੁੱਕ ਦਾ ਫਸਟ ਚੈਪਟਰ ਹੈ, ਇਹ ਤੁਸੀਂ ਯਾਦ ਰੱਖਣਾ। ਇਹ ਜਿਹੜਾ ਫਸਟ ਚੈਪਟਰ ਹੈ ਇਹ ਯੂਨਿਟ ਅਤੇ ਮੈਜ਼ਰਮੈਂਟ ਦੇ ਬਾਰੇ ਹੈ ਤਾਂ ਕਿ ਇਸ ਦੇ ਬਾਰੇ ਅਸੀਂ ਡਿਟੇਲ ਦੇ ਵਿੱਚ ਡਿਸਕਸ ਕਰਦੇ ਹਾਂ। ਆਓ ਜੀ ਅਸੀਂ ਵੀਡੀਓ ਨੂੰ ਸਟਾਰਟ ਕਰੀਏ। ਸਭ ਤੋਂ ਪਹਿਲਾਂ ਜੀ ਯੂਨਿਟ ਹੁੰਦਾ ਕੀ ਹੈ ਜੀ? ਯੂਨਿਟ ਨੂੰ ਆਪਾਂ ਬੋਲਦੇ ਹਾਂ ਜੀ ਮਾਤਰਕ ਬੋਲਦੇ ਹਾਂ। ਯੂਨਿਟ ਨੂੰ ਆਪਾਂ ਮਾਤਰਕ ਬੋਲਦੇ ਹਾਂ। ਇਹਦੇ ਵਿੱਚ ਹੁੰਦਾ ਕੀ ਹੈ ਜੀ? ਯੂਨਿਟ ਹੁੰਦਾ ਕਿਸੇ ਵੀ ਚੀਜ਼ ਨੂੰ ਮਾਪਣ ਵਾਸਤੇ। ਕੋਈ ਵੀ ਚੀਜ਼ ਹੈ ਤੁਹਾਡੇ ਕੋਲ, ਤੁਸੀਂ ਦੇਖਦੇ ਹੋ ਤੁਸੀਂ ਅੱਜ ਤਾਂ ਸਾਨੂੰ ਪਤਾ ਹੈ ਕਿ ਅਸੀਂ ਜੋ ਵੀ ਚੀਜ਼ ਅਸੀਂ ਮਾਪਣਾ ਚਾਹੁੰਦੇ ਹਾਂ, ਜਿਵੇਂ ਮੰਨ ਲਓ ਕੋਈ ਅਸੀਂ ਡੈਰੀ 'ਤੇ ਗਏ ਹਾਂ, ਦੁੱਧ ਲੈਣ ਗਏ ਹਾਂ ਤਾਂ ਉੱਥੇ ਕਿਲੋ ਦੇ ਹਿਸਾਬ ਨਾਲ ਜਾਂ ਲੀਟਰ ਦੇ ਹਿਸਾਬ ਨਾਲ ਤੁਸੀਂ ਦੇਖਦੇ ਹੋ ਇਹ ਜਿਹੜੀਆਂ ਚੀਜ਼ਾਂ ਨੇ ਵੀ 1 ਮੀਟਰ ਕੱਪੜਾ ਸਾਨੂੰ ਚਾਹੀਦਾ ਹੈ ਜਾਂ 2 ਮੀਟਰ ਚਾਹੀਦਾ ਵਾ, ਜਾਂ ਟਾਈਮ ਸੈਕਿੰਡ ਦੇ ਵਿੱਚ ਹੈ, ਐਂਪੀਅਰ ਦੇ ਵਿੱਚ ਹੈ, ਕਰੰਟ ਆ ਰਿਹਾ। ਇਹ ਚੀਜ਼ਾਂ ਤੁਹਾਨੂੰ ਕਿੱਥੋਂ ਡਿਵੈਲਪ ਹੋਈਆਂ ਅਤੇ ਇਸ ਦੇ ਬਾਰੇ ਇਹ ਜਿਹੜਾ ਪਹਿਲਾ ਚੈਪਟਰ ਹੈ ਨਾ ਇਹ ਇਸ ਦੇ ਬਾਰੇ ਹੀ ਡਿਸਕਸ ਕਰ ਰਿਹਾ ਕਿ ਫਿਜ਼ਿਕਸ ਦੇ ਵਿੱਚ ਇਸ ਦੇ ਬਾਰੇ ਹੀ ਅਸੀਂ ਡਿਸਕਸ ਕਰਦੇ ਹਾਂ। ਤੁਹਾਨੂੰ ਪਤਾ ਜੀ ਜਿਹੜੀ ਸਾਇੰਸ ਜਿਹੜੀ ਹੈ ਇਹ 3 ਭਾਗਾਂ 'ਚ ਡਿਵਾਈਡ ਹੋ ਜਾਂਦੀ ਹੈ। ਦੇਖੋ ਜੀ ਪਹਿਲਾ ਹੁੰਦਾ ਜੀ ਜਿਹੜੀ ਫਿਜ਼ਿਕਸ ਹੈ। ਫਿਜ਼ਿਕਸ ਦੇ ਵਿੱਚ ਤੁਹਾਡਾ ਇਹ ਸਾਰਾ ਜਿਹੜਾ ਯੂਨਿਟ ਚੈਪਟਰ ਹੋ ਗਿਆ, ਗ੍ਰੈਵੀਟੇਸ਼ਨ ਪੜ੍ਹੋਗੇ ਤੁਸੀਂ, ਫ੍ਰਿਕਸ਼ਨ ਪੜ੍ਹੋਗੇ, ਕਾਫੀ ਤਰ੍ਹਾਂ ਦੀ ਕੁਆਂਟੀਟੀਜ਼ ਦੇ ਬਾਰੇ ਜਿਹੜਾ ਤੁਸੀਂ ਨੇਚਰ ਦੇ ਵਿੱਚ ਵੇਖ ਰਹੇ ਹੋ ਉਹਨਾਂ ਦੇ ਬਾਰੇ ਤੁਸੀਂ ਡਿਸਕਸ ਵੇਖੋਗੇ। ਉਸ ਤੋਂ ਬਾਅਦ ਕੈਮੀਕਲ, ਜਿਹੜੀਆਂ ਚੀਜ਼ਾਂ ਨੂੰ ਅਸੀਂ ਵੇਖ ਨਹੀਂ ਸਕਦੇ ਪਰ ਚੀਜ਼ਾਂ ਚੇਂਜ ਹੋ ਜਾਂਦੀਆਂ ਨੇ ਜਦੋਂ ਆਪਸ ਦੇ ਵਿੱਚ ਰਿਐਕਸ਼ਨ ਕਰਦੀਆਂ ਨੇ ਅਤੇ ਉਹਨਾਂ ਨੂੰ ਆਪਾਂ ਡਿਸਕਸ ਕਰਦੇ ਹਾਂ ਜੀ। ਕੈਮੀਕਲ ਜਿਹੜਾ ਤਰੀਕਾ ਹੁੰਦਾ ਜਿਹਦੇ ਵਿੱਚ ਆਪਾਂ ਕੈਮਿਸਟਰੀ ਦੇ ਵਿੱਚ ਪੜ੍ਹਦੇ ਹੁੰਦੇ ਹਾਂ, ਸਾਰੇ ਚੈਪਟਰ ਹੁੰਦੇ ਨੇ ਉਹਦੇ ਵਿੱਚ। ਅਤੇ ਬਾਇਓਲੋਜੀ ਦੇ ਵਿੱਚ ਤੁਸੀਂ ਦੇਖੋਗੇ ਬਾਇਓਲੋਜੀ ਜਿਹੜਾ ਸਾਡਾ ਅਲੱਗ ਹੀ ਪਾਰਟ ਹੈ, ਬਿਲਕੁਲ ਇਨਸਾਨੀ ਜੀਵਨ ਦੇ ਬਾਰੇ ਅਸੀਂ ਡਿਟੇਲ ਦੇ ਵਿੱਚ ਡਿਸਕਸ ਕਰਦੇ ਹਾਂ ਕਿ ਉਹ ਕਿੱਦਾਂ ਇਨਸਾਨ ਇੱਕ ਸਾਹ ਲੈ ਰਿਹਾ ਤਾਂ ਕਿੱਦਾਂ ਉਹ ਅੱਖਾਂ ਕਿੱਦਾਂ ਕੰਮ ਕਰ ਰਹੀਆਂ ਨੇ, ਹਾਰਟ ਕਿੱਦਾਂ ਕੰਮ ਕਰ ਰਿਹਾ, ਇਹ ਸਾਰੀਆਂ ਆਪਾਂ ਬਾਇਓਲੋਜੀ ਦੇ ਵਿੱਚ ਪੜ੍ਹਦੇ ਹਾਂ। ਬੇਸਿਕਲੀ ਜਿਹੜਾ ਅੱਜ ਦਾ ਚੈਪਟਰ ਹੈ ਉਹ ਫਿਜ਼ਿਕਸ ਦਾ ਹੈ। ਫਿਜ਼ਿਕਸ ਦੇ ਵਿੱਚ ਅਸੀਂ ਪਹਿਲਾਂ ਯੂਨਿਟ ਨੂੰ ਸਟਾਰਟ ਕੀਤਾ ਹੈ ਅਤੇ ਆਓ ਜੀ ਹੁਣ ਤੁਹਾਨੂੰ ਇਹ ਥੋੜ੍ਹਾ ਕਲੀਅਰ ਹੋ ਗਿਆ ਹੋਵੇਗਾ ਕਿ ਅਸੀਂ ਫਿਜ਼ਿਕਸ ਭੌਤਿਕ ਵਿਗਿਆਨ ਦੇ ਬਾਰੇ ਅਸੀਂ ਪੜ੍ਹ ਰਹੇ ਹਾਂ। ਅਤੇ ਇਹਦੇ ਵਿੱਚ ਜਿਹੜਾ ਯੂਨਿਟ ਹੈ ਇਹ ਕਿਸੇ ਵੀ ਚੀਜ਼ ਨੂੰ ਮਾਪਣ ਵਾਸਤੇ ਕੰਮ ਆਉਂਦਾ ਹੈ। ਅਤੇ ਕੋਈ ਵੀ ਚੀਜ਼ ਹੈ ਦੁਨੀਆ ਦੇ ਵਿੱਚ ਹਰ ਇੱਕ ਚੀਜ਼ ਨੂੰ ਯੂਨਿਟ ਦਿੱਤਾ ਹੋਇਆ। ਤੁਸੀਂ ਐਵੇਂ ਨਹੀਂ ਕਹਿ ਸਕਦੇ ਕਿ ਮੈਨੂੰ ਥੋੜ੍ਹਾ ਜਿਹਾ ਕੋਈ ਚੀਜ਼ ਦੇ ਦਿਓ ਜਾਂ ਇੱਦਾਂ। ਹਰ ਇੱਕ ਚੀਜ਼ ਦੇ ਲਈ ਸਪੈਸੀਫਿਕ ਕੋਈ ਇੱਕ ਯੂਨਿਟ ਹੈ ਜਿਹਨੂੰ ਆਪਾਂ ਮਾਤਰਕ ਬੋਲਦੇ ਹਾਂ ਹਰ ਚੀਜ਼ ਵਾਸਤੇ, ਠੀਕ ਹੈ ਜੀ। ਅਤੇ ਇਹਦੇ ਬਾਰੇ ਇੰਗਲਿਸ਼ ਦੇ ਵਿੱਚ ਦੀ ਚੂਜ਼ਨ ਸਟੈਂਡਰਡ ਯੂਜ਼ ਫॉर ਦਾ ਮੈਜ਼ਰਿੰਗ ਦਾ ਫਿਜ਼ੀਕਲ ਕੁਆਂਟੀਟੀਜ਼ ਕਾਲਡ। ਕਿਸੇ ਵੀ ਚੀਜ਼ ਨੂੰ ਫਿਜ਼ੀਕਲੀ ਮਾਪਣ ਵਾਸਤੇ ਆਪਾਂ ਜੇ ਕੋਈ ਯੂਨਿਟ ਆਪਾਂ ਯੂਜ਼ ਕਰ ਲਈਏ ਤਾਂ ਉਸਨੂੰ ਆਪਾਂ ਕੀ ਬੋਲਦੇ ਹਾਂ? ਯੂਨਿਟ ਬੋਲਦੇ ਹਾਂ। ਸਟੈਂਡਰਡ ਯੂਜ਼ ਕਰਦੇ ਹਾਂ ਜਿਹੜਾ ਵੀ ਉਸ ਨੂੰ ਆਪਾਂ ਯੂਨਿਟ ਬੋਲਦੇ ਹਾਂ। ਹੁਣ ਇਹ ਯੂਨਿਟ ਦੀ ਖਾਸੀਅਤ ਕੀ ਹੋਣੀ ਚਾਹੀਦੀ ਹੈ? ਯੂਨਿਟ ਕਿੱਦਾਂ ਦਾ ਹੋਣਾ ਚਾਹੀਦਾ ਹੈ? ਸਭ ਤੋਂ ਪਹਿਲਾਂ ਜੀ ਵੈਲ ਡਿਫਾਈਨ ਹੋਣਾ ਚਾਹੀਦਾ ਹੈ। ਸਾਰਿਆਂ ਨੂੰ ਸਮਝ ਆਉਣਾ ਚਾਹੀਦਾ ਹੈ ਕਿ ਤੁਸੀਂ ਦੇਖੋ ਕਿਤੇ ਵੀ ਬਾਜ਼ਾਰ ਦੇ ਵਿੱਚ ਚਲੇ ਜਾਓ, 1 ਮੀਟਰ ਦੀ ਜਿਹੜੀ ਛੜ ਹੁੰਦੀ ਹੈ, 1 ਮੀਟਰ ਦੀ ਤੁਸੀਂ ਮਾਰਕੀਟ ਦੇ ਵਿੱਚ ਕੱਪੜੇ ਲੈਣ ਜਾਂਦੇ ਹੋ, ਉੱਥੇ 1 ਮੀਟਰ ਦੀ ਜਿਹੜੀ ਛੜ ਹੈ ਉਹ ਪੂਰੀ ਦੁਨੀਆ ਦੇ ਵਿੱਚ ਨਾ 1 ਮੀਟਰ ਦੀ ਹੈ। ਉਹ ਸਾਰੇ ਇੱਕ ਸਟੈਂਡਰਡ ਸਾਈਜ਼ ਦਾ ਤੁਹਾਨੂੰ ਸਾਈਜ਼ ਹੈ ਜਿਹੜਾ ਉਹ ਤੁਹਾਨੂੰ ਉੱਥੇ ਮਿਲੇਗਾ। ਜਿਵੇਂ ਦਰਜਨ ਹੈ ਉਹਦੇ ਵਿੱਚ 12 ਕੇਲੇ ਨੇ ਅਤੇ 12 ਹੀ ਚੀਜ਼ਾਂ ਤੁਹਾਨੂੰ ਉੱਥੇ ਮਿਲਣਗੀਆਂ। ਕੋਈ ਵੀ ਚੀਜ਼ ਹੋ ਸਕਦੀ ਹੈ ਜਿਹੜੀ ਦਰਜਨ ਦੇ ਹਿਸਾਬ ਨਾਲ ਮਿਲਦੀ ਹੈ। ਇਸੇ ਤਰ੍ਹਾਂ ਹਰ ਚੀਜ਼ ਦਾ ਇੱਕ ਸਪੈਸੀਫਿਕ ਯੂਨਿਟ ਹੈ। ਤਾਂ ਇਹ ਕਿਉਂਕਿ ਆਪਾਂ ਇੱਕ ਯੂਨਿਟ ਨੂੰ ਦੂਜੇ ਯੂਨਿਟ ਦੇ ਵਿੱਚ ਚੇਂਜ ਕਰਨ ਵਾਸਤੇ ਸਾਨੂੰ ਉਹ ਯੂਨਿਟ ਕੀ ਹੋਣਾ ਚਾਹੀਦਾ? ਵੈਲ ਡਿਫਾਈਨ ਹੋਣਾ ਚਾਹੀਦਾ ਹੈ। ਅੱਛੇ ਤਰੀਕੇ ਨਾਲ ਅਸੀਂ ਉਸ ਨੂੰ ਡਿਫਾਈਨ ਕਰ ਸਕੀਏ। ਉਸ ਤੋਂ ਬਾਅਦ ਅਸੀਂ ਉਸ ਨੂੰ ਈਜ਼ੀਲੀ ਤਰੀਕੇ ਨਾਲ ਰੀਪਰੋਡਿਊਸ ਕਰ ਸਕੀਏ ਤਾਂ ਕਿ ਉਸੇ ਤਰ੍ਹਾਂ ਦੇ ਯੂਨਿਟ ਕੀ ਹੈ ਜੀ, ਐਵੇਂ ਨਹੀਂ ਗਾ ਕਿ ਅਸੀਂ ਇੱਕ ਬਣਾ ਲਿਆ ਅਤੇ ਉਸ ਨੂੰ ਆਪਾਂ ਦੁਬਾਰਾ ਨਹੀਂ ਬਣਾ ਸਕਦੇ। ਇਸ ਤਰ੍ਹਾਂ ਦੇ ਤੁਸੀਂ ਦੇਖੋ ਜੀ ਇੱਕ ਸਕੇਲ ਹੁੰਦਾ ਹੈ। ਸਕੇਲ ਤੁਸੀਂ ਸ਼ੌਪ 'ਤੇ ਜਾਂਦੇ ਹੋ, ਤੁਸੀਂ ਲੈ ਕੇ ਆਉਂਦੇ ਹੋ ਤਾਂ ਸਕੇਲ ਦੇ ਕਿੰਨੇ ਮਲਟੀਪਲ ਰੂਪ ਮਿਲਦੇ ਨੇ। ਤੁਸੀਂ 10 ਲੈ ਲਓ, 20 ਲੈ ਲਓ, 30 ਲੈ ਲਓ,
ਕਿੰਨੇ ਵੀ ਸਕੇਲ ਤੁਸੀਂ ਲੈ ਲਓ, ਕਿਉਂਕਿ ਉਹ ਈਜ਼ੀ ਰੀਪਰੋਡਿਊਸ ਹੈ। ਤੁਸੀਂ ਬਣਾ ਸਕਦੇ ਹੋ ਉਸ ਮਾਤਰਕ ਨੂੰ ਦੁਬਾਰਾ ਉਸੇ ਨਾਲ ਦਾ ਮਾਤਰਕ ਸੇਮ ਬਣਾ ਸਕਦੇ ਹੋ, ਕੋਈ ਫਰਕ ਨਹੀਂ ਪੈਂਦਾ। ਠੀਕ ਹੈ ਜੀ। ਈਜ਼ੀ ਟੂ ਕੰਪੇਅਰ, ਕਿਸੇ ਵੀ ਚੀਜ਼ ਨਾਲ ਕੰਪੇਅਰ ਕਰਨ ਵਾਸਤੇ ਉਹ ਜਿਹੜਾ ਮਾਤਰਕ ਅਸੀਂ ਯੂਜ਼ ਕਰਦੇ ਹਾਂ, ਕਿਸੇ ਵੀ ਚੀਜ਼ ਨੂੰ ਕੰਪੇਅਰ ਕਰਨਾ ਹੋਵੇ ਤਾਂ ਅਸੀਂ ਮਾਤਰਕ ਨੂੰ ਯੂਜ਼ ਕਰ ਲੈਂਦੇ ਹਾਂ। ਅੱਛਾ, ਇੰਟਰਨੈਸ਼ਨਲੀ ਅਸੈਪਟਡ, ਪੂਰੀ ਦੁਨੀਆ ਦੇ ਵਿੱਚ ਅਸੈਪਟ ਹੋਣਾ ਚਾਹੀਦਾ। ਐਵੇਂ ਨਹੀਂ ਕਿ ਇੰਡੀਆ ਦਾ ਆਪਣਾ ਮਾਤਰਕ ਹੈ, ਚਾਈਨਾ ਦਾ ਆਪਣਾ ਹੈ, ਬ੍ਰਾਜ਼ੀਲ ਵਾਲਿਆਂ ਦਾ ਅਲੱਗ ਹੈ, ਆਸਟ੍ਰੇਲੀਆ ਦਾ, ਅਮਰੀਕਾ ਦਾ ਅਲੱਗ ਹੈ। ਇਹ ਸਾਰੀ ਦੁਨੀਆ ਦੇ ਵਿੱਚ ਇੱਕੋ ਤਰ੍ਹਾਂ ਦਾ ਮਾਤਰਕ ਹੋਣਾ ਚਾਹੀਦਾ, ਜਿਹੜਾ ਯੂਨਿਟ ਹੋਣਾ ਚਾਹੀਦਾ ਹੈ। ਇੰਡੀਪੈਂਡੈਂਟ ਆਫ ਦਾ ਚੇਂਜ ਆਫ ਦਾ ਫਿਜ਼ੀਕਲ, ਅੱਛਾ ਫਿਜ਼ੀਕਲ ਕੰਡੀਸ਼ਨ ਜੋ ਮਰਜ਼ੀ ਹੋ ਜਾਵੇ, ਟੈਂਪਰੇਚਰ ਵੱਧ ਜਾਵੇ, ਪ੍ਰੈਸ਼ਰ ਵੱਧ ਜਾਵੇ, ਕੋਈ ਵੀ ਚੀਜ਼ ਹੋਵੇ, ਜਿਹੜਾ ਸਾਡਾ ਯੂਨਿਟ ਹੈ ਨਾ ਉਹ ਚੇਂਜ ਨਹੀਂ ਹੋਣਾ ਚਾਹੀਦਾ। ਤੁਸੀਂ ਦੇਖੋ ਬਾਰਿਸ਼ ਪੈ ਰਹੀ ਹੈ ਤਾਂ ਕੋਈ 1 ਮੀਟਰ ਦੀ ਜਿਹੜੀ ਛੜ ਹੈ ਉਹ ਛੋਟੀ ਹੋ ਕੇ ਕੋਈ ਛੋਟੀ ਨਹੀਂ ਹੋਗੀ ਜਾਂ ਉਸ ਤੋਂ ਵੱਡੀ ਨਹੀਂ ਹੋਗੀ, ਉਹਦੇ ਉੱਪਰ ਟੈਂਪਰੇਚਰ ਬਾਰਿਸ਼ ਵਗੈਰਾ ਦਾ ਕੋਈ ਫਰਕ ਨਹੀਂ ਪੈਂਦਾ। ਤਾਂ ਇਹ ਕੀ ਹੈ ਜੀ, ਇੰਡੀਪੈਂਡੈਂਟ ਯੂਨਿਟ ਹੁੰਦਾ ਜੀ। ਠੀਕ ਹੈ ਜੀ। ਇਹ ਸਾਰੀਆਂ ਕੰਡੀਸ਼ਨਾਂ ਸੀ ਜਿਹੜੀਆਂ ਸਾਡੇ ਯੂਨਿਟ ਦੇ ਰਿਲੇਟਡ ਸੀਗੀਆਂ, ਜਿਹੜੀ ਮੈਂ ਤੁਹਾਨੂੰ ਦੱਸੀਆਂ ਨੇ, ਤਾਂ ਕਿ ਯੂਨਿਟ ਕੀ ਚੀਜ਼ ਹੈ ਉਹ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ। ਤੇ ਆਓ ਜੀ ਹੁਣ ਨੈਕਸਟ ਆਪਾਂ ਵੇਖੀਏ। ਹੁਣ ਆਪਾਂ ਜਿਹੜਾ ਯੂਨਿਟ ਹੈ ਨਾ, ਮਾਤਰਕ ਹੈ, ਇਸ ਨੂੰ ਆਪਾਂ ਦੋ ਤਰੀਕੇ ਨਾਲ ਡਿਵਾਈਡ ਕਰ ਸਕਦੇ ਹਾਂ। ਪਹਿਲੇ ਨੰਬਰ 'ਤੇ ਹੈ ਜੀ ਫੰਡਾਮੈਂਟਲ। ਫੰਡਾਮੈਂਟਲ ਦਾ ਮਤਲਬ ਹੁੰਦਾ ਬੇਸਿਕ ਕੁਛ ਯੂਨਿਟ ਹੈਗੇ ਨੇ ਜਿਨ੍ਹਾਂ ਨੂੰ ਬਿਲਕੁਲ ਬੇਸਿਕ ਨੇ, ਇਹਨਾਂ ਦੇ ਉੱਪਰ ਹੀ ਸਾਰੀ ਦੁਨੀਆ ਕਹਿੰਦੇ ਇਸੇ ਦੇ ਉੱਪਰ ਸਾਰਾ ਕੁਛ ਬਣਾ ਕੇ ਸਾਰੀ ਘੁੰਮ ਰਹੀ ਹੈ, ਅਤੇ ਉਸ ਨੂੰ ਆਪਾਂ ਫੰਡਾਮੈਂਟਲ ਯੂਨਿਟ ਦਾ ਦਰਜਾ ਦਿੱਤਾ ਹੋਇਆ। ਠੀਕ ਹੈ ਜੀ। ਇਹਨਾਂ ਤੋਂ ਹੀ ਮਿਲਾ ਕੇ ਫਿਰ ਆਪਾਂ ਕੁਛ ਯੂਨਿਟ ਬਣਾਵਾਂਗੇ ਜਿਹਨੂੰ ਆਪਾਂ ਬੋਲਾਂਗੇ ਡਰਾਈਵਡ ਯੂਨਿਟ। ਡਰਾਈਵਡ ਯੂਨਿਟ ਹੁੰਦੇ ਜਿਹੜੇ ਫੰਡਾਮੈਂਟਲ ਤੋਂ ਮਿਲਾ ਕੇ ਕੁਝ ਬਣਦੇ ਨੇ। ਜਿੱਦਾਂ ਮੈਂ ਤੁਹਾਨੂੰ ਐਗਜ਼ਾਮਪਲ ਦਊਂਗਾ, ਜਿਵੇਂ ਇੱਕ ਬਾਈਕ ਹੈ, ਬਾਈਕ ਦੇ ਸਾਰੇ ਪਾਰਟਸ ਲੈ ਲਓ, ਸਾਰੇ ਪਾਰਟਸ ਨੂੰ ਜੋੜ ਕੇ ਜਿਹੜੇ ਪਾਰਟਸ ਮੇਨ ਚਾਹੀਦੇ ਨੇ, ਸਾਨੂੰ ਇੰਜਨ ਚਾਹੀਦਾ ਹੈ, ਸਾਨੂੰ ਉਹਦੇ ਜਿਹੜੇ ਟਾਇਰ ਵੀ ਚਾਹੀਦੇ ਨੇ, ਸਾਨੂੰ ਉਹਦੇ ਹੈਂਡਲ ਵੀ ਚਾਹੀਦਾ ਵਾ, ਅਤੇ ਉਹ ਸਾਰੀਆਂ ਚੀਜ਼ਾਂ ਚਾਹੀਦੀਆਂ ਨੇ। ਅਤੇ ਉਹ ਸਾਡਾ ਬੇਸਿਕ ਫੰਡਾਮੈਂਟਲ ਹੈ, ਉਸ ਨੂੰ ਜੋੜ ਕੇ ਤੁਸੀਂ ਬਾਈਕ ਬਣਾ ਸਕਦੇ ਹੋ, ਉਸ ਨੂੰ ਜੋੜ ਕੇ ਤੁਸੀਂ ਕਾਰ ਬਣਾ ਲਓ, ਕੋਈ ਵੀ ਚੀਜ਼ ਬਣਾ ਲਓ। ਅਤੇ ਇਹ ਸਾਰਾ ਕੀ ਹੈ ਜੀ, ਫੰਡਾਮੈਂਟਲ ਹੁੰਦਾ ਕਿ ਬੇਸਿਕ ਜਿਹੜਾ ਸਟਰਕਚਰ ਹੈ ਜਿਹਦੇ ਬਗੈਰ ਕੰਮ ਨਹੀਂ ਚੱਲਣਾ। ਠੀਕ ਹੈ ਜੀ। ਡਰਾਈਵਡ ਦਾ ਕੀ ਹੈ ਜੀ, ਤੁਸੀਂ ਉਹਨੂੰ ਗੁਣਾ ਭਾਗ ਕਰਕੇ ਉਸ ਨਾਲ ਤੁਸੀਂ ਚੇਂਜ ਕਰਕੇ ਤੁਸੀਂ ਕੁਛ ਵੀ ਨਵਾਂ ਯੂਨਿਟ ਬਣਾ ਸਕਦੇ ਹੋ। ਠੀਕ ਹੈ ਜੀ। ਅਤੇ ਇਹ ਡਿਪੈਂਡ ਕਰਦਾ ਤੁਹਾਡੀ ਕੰਡੀਸ਼ਨ ਦੇ ਉੱਪਰ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਪੂਰੀ ਦੁਨੀਆ ਦੇ ਵਿੱਚ ਨਾ ਆਪਣੇ, ਇਹ ਤਾਂ ਕਾਫੀ ਟਾਈਮ ਤੋਂ ਬਾਅਦ 1960 ਦੀ ਗੱਲ ਹੈ ਜਦੋਂ ਇੰਟਰਨੈਸ਼ਨਲ ਯੂਨਿਟ ਆਏ ਸੀ ਇੰਡੀਆ ਪੂਰੇ ਵਰਲਡ ਦੇ ਵਿੱਚ। ਉਸ ਤੋਂ ਪਹਿਲਾਂ ਹਰ ਦੇਸ਼ ਦਾ ਆਪਣਾ ਆਪਣਾ ਯੂਨਿਟ ਹੁੰਦਾ ਸੀਗਾ। ਠੀਕ ਹੈ ਜੀ। ਉਸ ਯੂਨਿਟ ਦੇ ਵਿੱਚ 4 ਤਰ੍ਹਾਂ ਦੇ ਯੂਨਿਟ ਸਿਸਟਮ ਤੁਹਾਨੂੰ ਵੇਖਣ ਨੂੰ ਮਿਲਣਗੇ। ਇਸ ਦੇ ਵਿੱਚ ਸਭ ਤੋਂ ਪਹਿਲਾਂ ਹੁੰਦਾ ਸੀ CGS ਸਿਸਟਮ, MKS ਸਿਸਟਮ, FPS ਸਿਸਟਮ ਅਤੇ SI ਯੂਨਿਟ। ਜਿਹੜਾ ਤੁਹਾਨੂੰ ਮੈਂ ਹੁਣ ਦੱਸ ਰਿਹਾ ਇਹ SI ਯੂਨਿਟ ਹੈ। ਉਸ ਤੋਂ ਪਹਿਲਾਂ ਇਹ 3 ਤਰ੍ਹਾਂ ਦੇ ਜਿਹੜੇ ਆਪਣੇ ਆਪਣੇ ਸਿਸਟਮ ਹੁੰਦੇ ਸੀਗੇ। ਅਤੇ CGS ਦਾ ਮਤਲਬ ਕੀ ਹੈ ਜੀ, ਦੇਖੋ ਜੀ ਮੈਂ ਤੁਹਾਨੂੰ ਦੱਸਦਾ। 3 ਚੀਜ਼ਾਂ ਨੂੰ ਮਾਪਣ ਵਾਸਤੇ, ਇੱਕ ਤਾਂ ਹੁੰਦਾ ਜੀ ਭਾਰ ਜਿਹੜਾ ਵੇਟ ਹੁੰਦਾ ਹੈ, ਜਾਂ ਜਿਹਨੂੰ ਆਪਾਂ ਇੰਗਲਿਸ਼ ਦੇ ਵਿੱਚ ਬੋਲਦੇ ਹਾਂ ਮਾਸ। ਠੀਕ ਹੈ ਜੀ। ਇਸ ਨੂੰ ਮਾਪਣ ਵਾਸਤੇ, ਉਸ ਤੋਂ ਬਾਅਦ ਜਿਹੜੀ ਲੈਂਥ ਹੈ, ਦੁਨੀਆ ਦੇ ਵਿੱਚ ਲੈਂਥ ਛੋਟੀ ਹੋਵੇ ਵੱਡੀ ਹੋਵੇ, ਉਸ ਨੂੰ ਮਾਪਣ, ਲੰਬਾਈ ਨੂੰ ਮਾਪਣ ਵਾਸਤੇ। ਉਸ ਤੋਂ ਬਾਅਦ ਹੈ ਟਾਈਮ ਨੂੰ ਮਾਪਣ ਵਾਸਤੇ। ਇਹ 3 ਯੂਨਿਟ ਇੱਦਾਂ ਦੇ ਨੇ ਜਿਨ੍ਹਾਂ ਨੂੰ ਮਾਪਣ ਵਾਸਤੇ ਅਲੱਗ-ਅਲੱਗ ਯੂਨਿਟ ਸਿਸਟਮ ਹੁੰਦੇ ਸੀ ਪੂਰੀ ਦੁਨੀਆ ਦੇ ਵਿੱਚ। ਠੀਕ ਹੈ ਜੀ। ਇਹ ਸਭ ਤੋਂ ਪਹਿਲਾਂ ਜਿਹੜਾ ਸਿਸਟਮ ਹੁੰਦਾ ਸੀ ਇਹਦਾ ਨਾਮ ਹੈ ਜੀ CGS ਸਿਸਟਮ। CGS ਸਿਸਟਮ ਕਿਹੜਾ ਜੀ, ਇਹਦੇ ਵਿੱਚ ਜਿਹੜਾ C ਦਾ ਮਤਲਬ ਹੈ ਜੀ ਸੈਂਟੀਮੀਟਰ, ਇਹ ਲੈਂਥ ਨੂੰ ਮਾਪਦੇ ਸੀ ਸੈਂਟੀਮੀਟਰ। ਇਹ ਜਰਮਨੀ ਦਾ ਸਿਸਟਮ ਸੀਗਾ। ਠੀਕ ਹੈ ਜੀ। ਜਰਮਨੀ ਦਾ ਜਿਹੜਾ ਸਿਸਟਮ ਸੀਗਾ ਇਹ ਲੈਂਥ ਨੂੰ ਮਾਪਦੇ ਸੀ ਸੈਂਟੀਮੀਟਰ ਦੇ ਵਿੱਚ। ਠੀਕ ਹੈ ਜੀ। ਅਤੇ G ਦਾ ਮਤਲਬ ਹੁੰਦਾ ਜਿਹੜਾ ਮਾਸ ਹੁੰਦਾ, ਵੇਟ ਹੁੰਦਾ, ਜਿਹੜਾ ਭਾਰ ਹੁੰਦਾ, ਉਸ ਨੂੰ ਮਾਪਦੇ ਸੀ ਗ੍ਰਾਮ ਦੇ ਵਿੱਚ। ਠੀਕ ਹੈ। G ਦਾ ਮਤਲਬ ਗ੍ਰਾਮ। S ਦਾ ਮਤਲਬ ਹੈ ਸੈਕਿੰਡ। ਠੀਕ ਹੈ ਜੀ। S ਸਾਰਿਆਂ ਦੇ ਵਿੱਚ ਇਹਦਾ ਮਤਲਬ ਹੈ ਜੀ ਟਾਈਮ ਨੂੰ ਮਾਪਿਆ ਜਾਂਦਾ ਸੀ ਸੈਕਿੰਡ ਦੇ ਵਿੱਚ। ਸਭ ਤੋਂ ਛੋਟੀ ਇਕਾਈ ਮਾਪਣ ਵਾਸਤੇ ਟਾਈਮ ਨੂੰ ਸੈਕਿੰਡ, ਸਾਰੀ ਦੁਨੀਆ ਦੇ ਵਿੱਚ ਫਿਕਸ ਹੈ ਜੀ, ਸੈਕਿੰਡ ਦੇ ਵਿੱਚ ਕੰਮ ਹੁੰਦਾ। ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਗੱਲ ਕਰੀਏ, CGS ਸਿਸਟਮ ਸਮਝ ਆ ਗਿਆ। ਉਸ ਤੋਂ ਬਾਅਦ MKS, ਇਹ ਹੁੰਦਾ ਸੀ ਅਮਰੀਕਾ ਦਾ ਸਿਸਟਮ। ਇਹ M ਦਾ ਮਤਲਬ ਹੁੰਦਾ ਜੀ ਇੱਕ ਲੈਂਥ ਨੂੰ ਮਾਪਣ ਵਾਸਤੇ ਮੀਟਰ ਦਾ ਯੂਜ਼ ਕਰਦੇ ਸੀ, ਮੀਟਰ ਦਾ ਯੂਜ਼ ਕੀਤਾ ਜਾਂਦਾ ਸੀ। ਅਤੇ K ਦਾ ਮਤਲਬ ਹੁੰਦਾ ਜੀ ਕਿਲੋਗ੍ਰਾਮ, ਵੇਟ ਨੂੰ ਮਾਪਣ ਵਾਸਤੇ ਕਿਲੋਗ੍ਰਾਮ ਦਾ ਨਾਮਕ ਯੂਨਿਟ ਯੂਜ਼ ਕੀਤਾ ਜਾਂਦਾ ਸੀਗਾ। ਉਸ ਤੋਂ ਬਾਅਦ ਸੈਕਿੰਡ ਤੁਹਾਨੂੰ ਮੈਂ ਦੱਸ ਹੀ ਦਿੱਤਾ। ਉਸ ਤੋਂ ਬਾਅਦ ਆ ਗਿਆ ਜੀ FPS, ਇਹ ਹੁੰਦਾ ਸੀ ਇੰਗਲੈਂਡ ਦਾ ਆਪਣਾ ਸਿਸਟਮ। ਇਹਦੇ ਵਿੱਚ F ਦਾ ਮਤਲਬ ਹੁੰਦਾ ਜੀ ਫੁੱਟ, ਲੈਂਥ ਨੂੰ ਕਿਹਦੇ ਵਿੱਚ ਮਾਪਦੇ ਆ। ਤੁਸੀਂ ਦੇਖੋ ਕਿ ਪੁਰਾਣੇ ਜਿਹੜੇ ਮਿਸਤਰੀ ਹੁੰਦੇ ਆ ਉਹ ਫੁੱਟਾਂ ਦੇ ਹਿਸਾਬ ਨਾਲ ਕੋਈ ਚੀਜ਼ ਨੂੰ ਮਾਪਦੇ ਆ, ਅਤੇ ਇਹ ਜਿਹੜੀ ਲੈਂਥ ਉਹਦੀ ਫੁੱਟਾਂ ਦੇ ਹਿਸਾਬ ਨਾਲ ਮਾਪੀ ਜਾਂਦੀ ਹੈ। ਠੀਕ ਹੈ ਜੀ। ਫੁੱਟ ਜਿਹੜੇ, ਕਿਉਂਕਿ ਜਿਹੜੇ ਬ੍ਰਿਟਿਸ਼ ਲੋਕ ਹੁੰਦੇ ਸੀ ਇਹਨਾਂ ਦੇ ਜਿਹੜੇ ਫੁੱਟ ਹੁੰਦੇ ਸੀ ਉਸ ਦੇ ਅਕੋਰਡਿੰਗ ਇਹ ਆਪਣੀ ਚੀਜ਼ਾਂ ਨੂੰ ਮਾਪਦੇ ਸੀਗੇ। ਅਤੇ ਉਸ ਤੋਂ ਬਾਅਦ ਪਾਊਂਡ, ਵੇਟ ਨੂੰ ਪਾਊਂਡ ਦੇ ਵਿੱਚ, ਅੱਜ ਵੀ ਇਹਨਾਂ ਦਾ ਯੂਨਿਟ ਜਿਹੜਾ ਪਾਊਂਡ ਵੇਟ ਦੇ ਵਿੱਚ ਮਾਪਿਆ ਜਾਂਦਾ ਭਾਰ ਨੂੰ। ਉਸ ਤੋਂ ਬਾਅਦ ਸੈਕਿੰਡ ਜਿਹੜਾ ਯੂਨਿਟ ਹੈ, ਇਹਨਾਂ 3 ਯੂਨਿਟਸ ਦੇ ਵਿੱਚੋਂ ਇਹਨਾਂ ਸਾਰਿਆਂ ਯੂਨਿਟਸ ਨੂੰ ਕੰਬਾਈਨ ਕਰਕੇ, ਇਹਨਾਂ ਸਾਰਿਆਂ ਦੇ ਆਪਣੇ ਆਪਣੇ ਯੂਨਿਟ ਲੈ ਕੇ
ਫਿਰ ਇੱਕ ਇੰਟਰਨੈਸ਼ਨਲ ਸੰਸਥਾ ਬਹਿੰਦੀ ਹੈ, ਉਹਨਾਂ ਨੇ 1960 ਦੇ ਵਿੱਚ SI ਯੂਨਿਟ ਡਿਸਾਈਡ ਕਰਤੇ। SI ਯੂਨਿਟ ਜਿਹੜੇ ਡਿਸਾਈਡ ਕੀਤੇ ਜਿਹੜੇ ਪੂਰੀ ਦੁਨੀਆ ਦੇ ਵਿੱਚ ਫਿਕਸ ਮੰਨੇ ਜਾਣਗੇ, ਅਤੇ ਇਸ ਦੇ ਪੈਰਾਮੀਟਰ ਨੂੰ ਲੈ ਕੇ ਪੂਰੀ ਦੁਨੀਆ ਦੇ ਵਿੱਚ ਫੈਲਾ ਦਿੱਤਾ ਗਿਆ ਤਾਂ ਕਿ ਜਿਹੜਾ ਕੀ ਹੈ ਜੀ ਜਿਹੜਾ ਲੈਣ ਦੇਣ ਦਾ ਵਪਾਰ ਹੈ ਉਹ ਸਹੀ ਹੋ ਸਕੇ ਅਤੇ ਆਪਣੀਆਂ ਜਿਹੜੀ ਕੈਲਕੂਲੇਸ਼ਨਸ ਹੈਗੀਆਂ ਨੇ ਐਜੂਕੇਸ਼ਨ ਤੋਂ ਰਿਲੇਟਡ ਇਹ ਸੈੱਟ ਰਹਿਣ। ਠੀਕ ਹੈ ਜੀ। ਅਤੇ SI ਯੂਨਿਟ ਹੁੰਦਾ ਜੀ ਇੰਟਰਨੈਸ਼ਨਲ ਅਸੈਪਟਡ ਜਿਹੜੇ ਯੂਨਿਟ ਨੇ, ਇਹ ਯੂਨਿਟ ਤੁਹਾਡੇ ਲਏ ਗਏ ਸੀਗੇ। ਠੀਕ ਹੈ ਜੀ। ਹੁਣ ਜਿਹੜੇ ਬੇਸਿਕਲੀ ਜਿਹੜੇ 7 ਫੰਡਾਮੈਂਟਲ SI ਯੂਨਿਟ ਜਿਹੜੇ ਹੈਗੇ ਨੇ, ਫੰਡਾਮੈਂਟਲ ਬੇਸਿਕਲੀ 7 ਯੂਨਿਟ ਤਾਂ ਤੁਸੀਂ ਯਾਦ ਰੱਖਣੇ ਨੇ। ਇਹਦੇ ਵਿੱਚ ਤੁਹਾਨੂੰ ਪੇਪਰਾਂ ਦੇ ਵਿੱਚ ਕਈ ਵਾਰੀ ਪੇਪਰਾਂ ਦੇ ਵਿੱਚ ਪੁੱਛਿਆ ਜਾ ਸਕਦਾ ਹੈ। ਅਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਯਾਦ ਰੱਖੋਗੇ ਲੈਂਥ ਦੇ ਬਾਰੇ। ਲੈਂਥ ਦਾ ਹੈਗਾ ਜੀ ਮੀਟਰ ਦੇ ਵਿੱਚ ਇਹਨੂੰ ਮਾਪਿਆ ਜਾਂਦਾ ਹੈ, ਅਤੇ ਛੋਟੀ m ਦੇ ਨਾਲ ਇਹਨੂੰ ਡਿਨੋਟ ਕਰਦੇ ਹਾਂ ਆਪਾਂ। ਟਾਈਮ ਹੁੰਦਾ ਜਿਹੜਾ ਸੈਕਿੰਡ ਦੇ ਵਿੱਚ ਮਾਪਿਆ ਜਾਂਦਾ ਹੈ, ਅਤੇ ਅਮਾਊਂਟ ਆਫ ਸਬਸਟਾਂਸ ਕਿਸੇ ਵੀ ਚੀਜ਼ ਦਾ ਅਮਾਊਂਟ ਜਿਹਨੂੰ ਮਾਪਣ ਵਾਸਤੇ ਅਮਾਊਂਟ ਹੁੰਦਾ ਵੇਟ ਨੂੰ ਮਾਪਣ ਵਾਸਤੇ ਮੋਲ ਯੂਨਿਟ ਇਹ ਬਾਅਦ ਦੇ ਵਿੱਚ ਸਭ ਤੋਂ ਲਾਸਟ ਦੇ ਵਿੱਚ ਹੁਣ ਐਡ ਹੋਇਆ ਹੈ, ਅਤੇ ਇਹ ਤੁਸੀਂ ਯਾਦ ਰੱਖਣਾ ਮੋਲ ਦੇ ਵਿੱਚ। ਇਲੈਕਟ੍ਰਿਕ ਜਿਹੜਾ ਕਰੰਟ ਹੁੰਦਾ ਉਹਨੂੰ ਐਂਪੀਅਰ ਦੇ ਵਿੱਚ ਮਾਪਦੇ ਹਾਂ, ਅਤੇ ਇਹ ਨਾਲ ਇਹਨੂੰ ਡੋਨੇਟ ਕਰਦੇ ਹਾਂ। ਟੈਂਪਰੇਚਰ ਇਹਨੂੰ ਕੈਲਵਿਨ ਦੇ ਵਿੱਚ ਮਾਪਦੇ ਹਾਂ, ਕੈਲਵਿਨ ਕੇ ਆਪਾਂ ਡਿਗਰੀ ਸੈਲਸੀਅਸ ਫਾਰਨਾਈਟ ਇਹ ਸਾਰਾ ਕੁਝ ਪੜਾਂਗੇ, ਪਰ ਕੈਲਵਿਨ ਦੇ ਵਿੱਚ ਜਿਹੜਾ SI ਯੂਨਿਟ ਹੈ ਨਾ ਉਹ ਕੈਲਵਿਨ ਹੈ ਇਹਦਾ, ਇਹ ਤੁਸੀਂ ਯਾਦ ਰੱਖਣਾ ਹੈ। ਚਮਕ ਲੂਮੀਨਸ ਇੰਟੈਂਸਿਟੀ, ਚਮਕ ਜਿਹੜੀ ਆਪਣੀ ਤੁਸੀਂ ਬਲਬ ਦੇ ਨੀਚੇ ਬੈਠੋਗੇ ਤਾਂ ਤੁਹਾਨੂੰ ਇੱਕ ਚਮਕ ਨਜ਼ਰ ਆਵੇਗੀ, ਉਹ ਜਿਹੜੀ ਚਮਕ ਹੈ ਉਸ ਨੂੰ ਮਾਪਣ ਦਾ ਜਿਹੜਾ ਤਰੀਕਾ ਹੁੰਦਾ ਹੈ, ਉਸ ਨੂੰ ਮਾਪਣ ਦਾ ਜਿਹੜਾ ਯੂਨਿਟ ਹੈ ਨਾ ਉਹ ਕੈਂਡੇਲਾ ਹੈਗਾ, ਕੈਂਡੇਲਾ CD। ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ ਹੈ। ਮਾਸ ਜਿਹੜਾ ਹੁੰਦਾ ਕਿਲੋਗ੍ਰਾਮ, ਵੇਟ ਜਿਹੜਾ ਭਾਰ ਹੁੰਦਾ ਹੈ ਇਸ ਨੂੰ ਮਾਪਣ ਵਾਸਤੇ ਆਪਾਂ ਜੀ ਕਿਲੋਗ੍ਰਾਮ ਦਾ ਯੂਨਿਟ ਯੂਜ਼ ਕਰ ਲੈਂਦੇ ਹਾਂ। ਉਸ ਤੋਂ ਬਾਅਦ ਆਪਾਂ ਜੇ ਇਹਨਾਂ ਸਾਰਿਆਂ ਨੂੰ ਦੇਖੀਏ ਤਾਂ 2 ਸਾਡੇ ਸਬ ਫੰਡਾਮੈਂਟਲ ਯੂਨਿਟ ਹੈਗੇ ਨੇ। 2 ਸਾਡੇ ਸਬ ਫੰਡਾਮੈਂਟਲ ਮਤਲਬ ਕੀ ਹੁੰਦਾ ਜੀ, ਅਸੀਂ ਐਂਗਲ ਦੀ ਕੋਈ ਗੱਲ ਨਹੀਂ ਕੀਤੀ, ਜਿਹੜੇ 7 ਪਹਿਲਾਂ ਹੀ ਗੱਲ ਕੀਤੀ ਉਹ ਨਾਰਮਲ ਸੀਗੇ, 7 ਹੈਗੇ ਸੀ ਜਿਹੜੇ ਕਿ ਉਹਦੇ 'ਚ ਐਂਗਲ ਵਾਲੀ ਕੋਈ ਗੱਲ ਨਹੀਂ ਸੀਗੀ। ਤਾਂ ਐਂਗਲ ਨੂੰ ਮਾਪਣ ਵਾਸਤੇ ਸਾਡੇ ਕੋਲ ਹੈਗਾ ਜੀ ਇੱਕ ਸਪਲੀਮੈਂਟਰੀ ਯੂਨਿਟ ਜਿਹਨੂੰ ਆਪਾਂ ਬੋਲਦੇ ਹਾਂ। 7 ਫੰਡਾਮੈਂਟਲ ਹੋ ਗਏ, ਉਸ ਤੋਂ ਬਾਅਦ 2 ਸਪਲੀਮੈਂਟਰੀ ਯੂਨਿਟ ਨੇ, ਅਤੇ ਇਹ ਸਪਲੀਮੈਂਟਰੀ ਦੇ ਵਿੱਚ ਪਹਿਲਾ ਰੇਡੀਅਨ ਹੈ, ਇੱਕ ਸਟੀਰੇਡੀਅਨ ਹੈ। ਇੱਕ ਰੇਡੀਅਨ ਜਿਹੜਾ ਹੈਗਾ ਜੀ ਇਹ ਪਲੇਨ ਐਂਗਲ, ਕੋਈ ਵੀ ਧਰਤੀ ਤੋਂ ਐਂਗਲ ਮਾਪਣ ਵਾਸਤੇ ਆਪਾਂ ਰੇਡੀਅਨ ਦਾ ਯੂਜ਼ ਕਰਦੇ ਹਾਂ, ਰੇਡੀਅਨ ਦਾ ਆਪਾਂ ਯੂਜ਼ ਕਰਦੇ ਹਾਂ, ਇਹ ਤੁਸੀਂ ਯਾਦ ਰੱਖਣਾ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਸਟੀਰੇਡੀਅਨ ਦਾ ਹੁੰਦਾ ਜੀ ਕੋਈ ਚੀਜ਼ ਸੋਲਿਡ ਹੈ, ਸੋਲਿਡ ਦੇ ਵਿੱਚ ਕੋਈ ਬॉल ਹੈ, ਉਸ ਦੇ ਵਿੱਚ ਕੋਈ ਐਂਗਲ ਮਾਪਣਾ ਹੈ ਤਾਂ ਉਸ ਦੇ ਵਿੱਚ ਆਪਾਂ ਸਟੀਰੇਡੀਅਨ ਐਂਗਲ ਯੂਜ਼ ਕਰਦੇ ਹਾਂ। ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ ਹੈ। ਉਸ ਤੋਂ ਬਾਅਦ ਆਪਾਂ ਜੇ ਗੱਲ ਕਰੀਏ ਇਹਨਾਂ ਸਾਰੇ ਜਿੰਨੀ ਵੀ 7 ਯੂਨਿਟ ਨੇ ਅਤੇ 2 ਇਹ ਨੇ, ਇਹਨਾਂ 9 ਨੂੰ ਮੈਂ ਅਗਰ ਆਪਸ ਦੇ ਵਿੱਚ ਬੋਰਡ ਮਾਸ ਮਤਲਬ ਗੁਣਾ ਭਾਗ ਮਾਈਨਸ ਡਿਵਾਈਡ ਸਭ ਕੁਝ ਕਰਕੇ ਜੇ ਮੈਂ ਉਲਟ ਪੁਲਟ ਕਰਕੇ ਇਹਨੂੰ ਜੋੜਾਂ ਘਟਾਵਾਂ ਮਾਈਨਸ ਕਰਾਂ ਅਤੇ ਇਹ ਸਾਨੂੰ ਨਵੀਂ ਚੀਜ਼, ਸਾਨੂੰ ਨਵੇਂ ਫਾਰਮੂਲੇ ਨਜ਼ਰ ਆਉਣਗੇ ਜਿਹਨੂੰ ਆਪਾਂ ਬੋਲਦੇ ਹਾਂ ਜੀ MLT ਫਾਰਮ ਦੇ ਵਿੱਚ, ਮਾਸ ਲੈਂਥ ਟਾਈਮ। ਇਹਦੇ ਵਿੱਚ ਨਵੇਂ ਫਾਰਮੂਲੇ ਸਾਨੂੰ ਵੇਖਣ ਨੂੰ ਮਿਲਣਗੇ, ਜਿਵੇਂ ਫੋਰਸ ਹੋ ਗਿਆ, ਇੰਪਲਸ ਹੋ ਗਿਆ, ਪ੍ਰੈਸ਼ਰ ਹੋ ਗਿਆ, ਇਹ ਸਾਰੀਆਂ ਚੀਜ਼ਾਂ ਸਾਨੂੰ ਅਲੱਗ ਤੋਂ ਫਾਰਮੂਲੇ ਜਿਹੜੇ ਕੀ ਹੈ ਜੀ ਫੰਡਾਮੈਂਟਲ ਨੂੰ ਜੋੜ ਤੋੜ ਕੇ ਬਣਾਏ ਗਏ ਨੇ, ਉਹਨਾਂ ਨੂੰ ਆਪਾਂ ਡਰਾਈਵਡ ਯੂਨਿਟ ਦੇ ਨਾਮ ਤੋਂ ਜਾਣਦੇ ਹਾਂ। ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਦੇਖ ਲਓ ਜਿਵੇਂ ਏਰੀਆ ਜੀ, ਏਰੀਆ ਕੀ ਹੁੰਦਾ ਜੀ ਖੇਤਰਫਲ। ਜਿਵੇਂ ਆ ਇੱਕ ਸਕੇਅਰ ਹੈ, ਇਹਦੇ ਵਿੱਚ ਆ ਜਿੰਨਾ ਏਰੀਆ ਇਸ ਨੂੰ ਆਪਾਂ ਕੀ ਬੋਲਾਂਗੇ, ਇਹ ਕੀ ਹੈ ਜੀ ਇੱਧਰ ਵੀ ਲੈਂਥ ਸੀਗੀ ਇੱਧਰ ਵੀ ਲੈਂਥ ਸੀਗੀ, ਇਹਨਾਂ ਦੋਨਾਂ ਲੈਂਥ ਨੂੰ ਮੈਂ ਗੁਣਾ ਕੀਤਾ ਕਿਉਂਕਿ ਇੱਕ ਬ੍ਰੈਥ ਹੁੰਦੀ ਹੈ ਇੱਕ ਲੈਂਥ ਹੁੰਦੀ ਹੈ, ਹੁੰਦੀ ਤਾਂ ਐਕਚੁਅਲ ਦੇ ਵਿੱਚ ਦੋਨੇ ਹੀ ਲੈਂਥ ਨੇ, ਤਾਂ ਮੀਟਰ ਗੁਣਾ ਮੀਟਰ ਕਰਕੇ ਤੁਸੀਂ ਦੇਖਿਆ ਹੋਵੇਗਾ ਜਦੋਂ ਵੀ ਆਪਾਂ ਏਰੀਆ ਕੱਢਦੇ ਹਾਂ ਕਿਸੇ ਖੇਤਰਫਲ ਕੱਢਦੇ ਹਾਂ ਤਾਂ ਮੀਟਰ ਸਕੇਅਰ ਲਿਖਦੇ ਹਾਂ। ਮੀਟਰ ਸਕੇਅਰ ਦਾ ਮਤਲਬ ਹੁੰਦਾ ਜੀ ਅਤੇ ਜਿਹੜਾ ਕਿਉਂਕਿ M ਕੀ ਹੈ ਜੀ ਮੀਟਰ ਕੀ ਹੈ ਜੀ SI ਯੂਨਿਟ ਬਣ ਗਿਆ, ਤਾਂ ਮੀਟਰ ਗੁਣਾ ਮੀਟਰ ਮੀਟਰ ਸਕੇਅਰ ਬਣ ਗਿਆ। ਇਸੇ ਤਰ੍ਹਾਂ ਹੀ ਵੋਲਿਊਮ ਜਿਹੜਾ ਹੁੰਦਾ ਹੈ, ਵੋਲਿਊਮ ਦੇ ਵਿੱਚ 3 ਏਰੀਆ ਗੁਣਾ ਹਾਈਟ ਵੀ ਮਲਟੀਪਲਾਈ ਹੋ ਜਾਂਦੀ, ਅਤੇ ਏਰੀਆ ਦਾ ਸੀਗਾ ਮੀਟਰ ਸਕੇਅਰ, ਇਹਦਾ ਇੱਕ ਹਾਈਟ ਦਾ ਜਿਹੜਾ ਇਹ ਵੀ ਇੱਕ ਤਰ੍ਹਾਂ ਦੀ ਲੈਂਥ ਹੈ, ਭਾਵੇਂ ਉਚਾਈ ਦੇ ਵਿੱਚ ਹੋਵੇ, ਭਾਵੇਂ ਲੰਬਾਈ X ਦੇ ਵਿੱਚ ਹੋਵੇ, ਵਾਈ ਡਾਇਰੈਕਸ਼ਨ ਦੇ ਵਿੱਚ ਹੋਵੇ, Z ਡਾਇਰੈਕਸ਼ਨ ਦੇ ਵਿੱਚ ਹੋਵੇ, ਤਾਂ ਇਹ ਕੀ ਮੀਟਰ ਕਿਊਬ ਬਣ ਗਿਆ। ਇਸੇ ਤਰ੍ਹਾਂ ਜਿਹੜੀ ਵੈਲੋਸਿਟੀ ਹੁੰਦੀ ਹੈ, ਵੈਲੋਸਿਟੀ ਆਪਾਂ ਪੜ੍ਹਾਂਗੇ, ਇਹਦਾ ਫਾਰਮੂਲਾ ਯਾਦ ਕਰ ਲਓ। ਵੈਲੋਸਿਟੀ ਦਾ ਮਤਲਬ ਇੱਕ ਐਜ਼ ਸਪੀਡ ਕਹਿ ਲਓ ਤੁਸੀਂ, ਸਪੀਡ ਦਾ ਮਤਲਬ ਹੁੰਦਾ ਡਿਸਟੈਂਸ ਪੌਨ ਟਾਈਮ, ਤਾਂ ਡਿਸਪਲੇਸਮੈਂਟ ਪੌਨ ਟਾਈਮ ਦਾ ਮਤਲਬ ਹੁੰਦਾ ਮੀਟਰ ਪਰ ਸੈਕਿੰਡ ਸਕੇਅਰ, ਕਿਉਂਕਿ ਟਾਈਮ ਨੂੰ ਮਾਪਦੇ ਆ ਸੈਕਿੰਡ ਦੇ ਵਿੱਚ, ਹੁਣੇ ਦੱਸਿਆ ਮੈਂ ਫੰਡਾਮੈਂਟਲ ਯੂਨਿਟ ਦੇ ਵਿੱਚ। ਅਤੇ ਜਿਹੜਾ ਡਿਸਪਲੇਸਮੈਂਟ ਹੈ ਇੱਕ ਤਰ੍ਹਾਂ ਦੀ ਲੈਂਥ ਹੈ, ਇਸ ਨੂੰ ਆਪਾਂ ਮਾਪਦੇ ਹਾਂ ਜੀ ਮੀਟਰ ਦੇ ਵਿੱਚ, ਤਾਂ ਮੀਟਰ ਇਹ ਕੀ ਜਿਹੜਾ ਬਣ ਗਿਆ ਮੀਟਰ ਪਰ ਸੈਕਿੰਡ ਜਿਹੜਾ ਇਹ ਬਣ ਗਿਆ। ਉਸ ਤੋਂ ਬਾਅਦ ਐਕਸਲੇਸ਼ਨ ਹੁੰਦਾ ਜੀ ਵੈਲੋਸਿਟੀ ਅਪੋਨ ਟਾਈਮ, ਮਤਲਬ ਸਪੀਡ ਅਪੋਨ ਟਾਈਮ ਨੂੰ ਆਪਾਂ ਫੇਰ ਕਰ ਦਈਏ ਕਿ ਕੋਈ ਚੀਜ਼ ਕਿੰਨੀ ਚੇਂਜ ਹੋ ਰਹੀ ਹੈ, ਇਸ ਚੇਂਜ ਨੂੰ ਆਪਾਂ ਡਿਫਾਈਨ ਕਰਨ ਵਾਸਤੇ ਮੀਟਰ
ਪਰ ਸੈਕਿੰਡ ਸਕੇਅਰ ਆਪਾਂ ਬੋਲਦੇ ਹਾਂ। ਠੀਕ ਹੈ ਜੀ, ਇਹ ਸਾਰੇ ਫਾਰਮੂਲੇ ਨੇ, ਇਹ ਤੁਸੀਂ ਵੇਖ ਲਿਓ। ਇਹਨਾਂ ਸਾਰੇ ਫਾਰਮੂਲਿਆਂ ਨੂੰ ਆਪਾਂ ਹੌਲੀ ਹੌਲੀ ਅੱਗੇ ਆਪਣੇ ਜਿਹੜੇ ਜਿੱਦਾਂ ਵੀ ਚੈਪਟਰ ਚੱਲਣਗੇ ਉਸ ਦੇ ਵਿੱਚ ਹਰੇਕ ਫਾਰਮੂਲਾ, ਜਿਵੇਂ ਫੋਰਸ ਕਿੱਦਾਂ ਬਣਿਆ ਸੀਗਾ, ਪ੍ਰੈਸ਼ਰ ਦਾ ਮਤਲਬ ਕੀ ਹੁੰਦਾ ਹੈ, ਐਨਰਜੀ ਦਾ ਮਤਲਬ ਕੀ ਹੁੰਦਾ ਹੈ, ਇੰਪਲਸ ਦਾ ਮਤਲਬ ਕੀ ਹੁੰਦਾ ਹੈ, ਸਰਫੇਸ ਟੈਂਸ਼ਨਸ ਦਾ ਮਤਲਬ ਕੀ ਹੁੰਦਾ ਹੈ, ਇਲੈਕਟ੍ਰਿਕ ਚਾਰਜ ਕੀ ਚੀਜ਼ ਹੁੰਦੀ ਹੈ, ਇਹਨਾਂ ਸਾਰਿਆਂ ਨੂੰ ਆਪਾਂ ਇੱਕ ਇੱਕ ਚੈਪਟਰ ਦੇ ਵਿੱਚ ਡਿਸਕਸ ਕਰਾਂਗੇ। ਤਾਂ ਜਸਟ ਇੱਥੇ ਤੁਸੀਂ ਇੱਕ ਫਾਰਮੂਲੇ ਤੁਸੀਂ ਨੋਟ ਕਰ ਲਓ ਅਤੇ ਇਸ ਨੂੰ ਥੋੜ੍ਹਾ ਜਿਹਾ ਪੜ੍ਹ ਲਿਆ ਜੇ, ਕਿਉਂਕਿ ਫੋਰਸ ਪੌਨ ਮੈਂ ਇੱਥੇ ਇਸ ਨੂੰ ਅੱਗੇ ਲੈਕਚਰ ਦੇ ਵਿੱਚ ਫਿਰ ਡਿਫਾਈਨ ਕਰੂੰਗਾ, ਫਿਰ ਇੱਥੇ ਮੈਨੂੰ ਇੱਥੇ ਕਰਨ ਦਾ ਇਹਦਾ ਕੋਈ ਬੈਨੀਫਿਟ ਨਹੀਂਗਾ। ਠੀਕ ਹੈ ਜੀ, ਅਤੇ ਇਸ ਨੂੰ ਅੱਗੇ ਨੈਕਸਟ ਆਪਾਂ ਦੇਖੀਏ। ਉਸ ਤੋਂ ਬਾਅਦ ਕੁਛ ਜਿਹੜੇ ਹੁੰਦੇ ਨੇ ਕਿ ਆਪਾਂ ਨਾ ਤਿੰਨ ਹਿਸਾਬ ਨਾਲ ਡਿਵਾਈਡ ਕਰਦੇ ਹਾਂ। ਜਿਵੇਂ ਲੈਂਥ ਨੂੰ ਮਾਪਣ ਵਾਲੇ ਯੂਨਿਟ ਅਲੱਗ ਨੇ, ਮਾਸ ਜਿਹੜਾ ਵੇਟ ਨੂੰ ਮਾਪਣ ਵਾਲੇ ਯੂਨਿਟ ਅਲੱਗ ਨੇ, ਅਤੇ ਜਿਹੜਾ ਟਾਈਮ ਹੈ ਇਸ ਨੂੰ ਮਾਪਣ ਵਾਲੇ ਯੂਨਿਟ ਅਲੱਗ ਨੇ। ਤਾਂ ਤੁਸੀਂ ਆਪਣੀ ਲੂਸੈਂਟ ਦੀ ਬੁੱਕ ਖੋਲ੍ਹ ਲਓ। ਲੂਸੈਂਟ ਦੀ ਬੁੱਕ ਦੇ ਵਿੱਚ ਮੈਂ ਤੁਹਾਨੂੰ ਡਿਫਾਈਨ ਕਰਦਾ ਸਾਰੇ ਯੂਨਿਟ ਕਿੱਦਾਂ, ਕਿਹੜੇ ਯੂਨਿਟ ਹੈਗੇ ਨੇ। ਅਤੇ ਇਸ ਦੇ ਵਿੱਚ ਦੇਖੋ, ਸਭ ਤੋਂ ਪਹਿਲਾਂ ਜੇ ਮੈਂ ਲੈਂਥ ਦੀ ਗੱਲ ਕਰਾਂ, ਲੈਂਥ ਨੂੰ ਮਾਪਣ ਵਾਸਤੇ ਨਾ ਆਪਣੇ ਪੂਰੇ ਬ੍ਰਹਿਮੰਡ ਦੇ ਵਿੱਚ, ਯੂਨੀਵਰਸ ਦੇ ਵਿੱਚ ਸਭ ਤੋਂ ਪਹਿਲੀ ਗੱਲ ਕਰਦਾ, ਯੂਨੀਵਰਸ ਦੇ ਵਿੱਚ ਨਾ ਆਪਣੇ ਕੋਲ ਇੱਕ ਯੂਨਿਟ ਹੈਗਾ ਲਾਈਟ ਈਅਰ ਦਾ ਮਤਲਬ ਕੀ ਹੁੰਦਾ ਜੀ, ਲੈਂਥ ਨੂੰ ਮਾਪਣ ਵਾਸਤੇ। ਦੇਖੋ ਜੀ, ਹੁਣ ਆਪਣਾ ਬ੍ਰਹਿਮੰਡ ਦੇ ਵਿੱਚ ਆਪਾਂ ਜਾ ਰਹੇ ਹਾਂ, ਤਾਂ ਤੁਸੀਂ ਦੇਖੋ ਕਿ 365 ਦਿਨ ਤੱਕ 24 ਘੰਟੇ ਜੇ ਲਾਈਟ, ਤੁਹਾਨੂੰ ਪਤਾ ਜੀ ਇੱਕ ਜਿਹੜੀ ਲਾਈਟ ਹੈ ਨਾ ਕਿੰਨੇ ਦੀ ਸਪੀਡ ਨਾਲ ਚੱਲਦੀ ਹੈ, 8 ਗੁਣਾ 10 ਦੀ ਪਾਵਰ 8 ਮੀਟਰ ਪਰ ਸੈਕਿੰਡ। ਇਸ ਹਿਸਾਬ ਨਾਲ ਇੰਨੀ ਦੂਰੀ ਤੈਅ ਕਰਦੀ ਹੈ, ਇੰਨੇ ਮੀਟਰ ਦੂਰੀ ਤੈਅ ਕਰ ਲੈਂਦੀ ਹੈ 1 ਸੈਕਿੰਡ ਦੇ ਵਿੱਚ। ਇਹੀ ਲਾਈਟ ਜਦੋਂ 365 ਦਿਨ ਲਗਾਤਾਰ 24 ਘੰਟੇ ਤੱਕ ਚੱਲੇਗੀ, ਜਿੰਨੀ ਦੂਰ ਤੱਕ ਜਾਵੇਗੀ ਉਹ ਦੂਰੀ ਨੂੰ ਆਪਾਂ ਬੋਲਾਂਗੇ ਜੀ ਲਾਈਟ ਈਅਰ। ਆਈ ਹੋਪ ਕਿ ਸਮਝ ਆ ਗਿਆ। ਜਦੋਂ ਇੱਕ ਪ੍ਰਕਾਸ਼ ਦੀ ਜਿਹੜੀ ਕਿਰਨ ਹੈ ਉਹ ਕੀ ਕਰੇਗੀ, 365 ਦਿਨਾਂ ਤੱਕ 24 ਘੰਟੇ ਲਗਾਤਾਰ ਚੱਲੇ ਇਸ ਦੀ ਸਪੀਡ ਦੇ ਨਾਲ, ਜਿੱਥੇ ਤੱਕ ਜਾਵੇਗੀ ਉਹ ਸਾਰੀ ਜਿਹੜੀ ਦੂਰੀ ਹੋਵੇਗੀ ਉਸ ਨੂੰ ਆਪਾਂ ਲਾਈਟ ਈਅਰ ਦੇ ਵਿੱਚ ਡਿਫਾਈਨ ਕੀਤਾ ਹੋਇਆ। ਠੀਕ ਹੈ ਜੀ, ਉਸ ਤੋਂ ਬਾਅਦ ਇਹ ਲਾਈਟ ਈਅਰ ਤਾਂ ਹੋ ਗਿਆ, ਇੱਕ ਲਾਈਟ ਈਅਰ ਯੂਨਿਟ ਹੋ ਗਿਆ ਕਿ ਤੁਸੀਂ ਦੂਰੀ ਮਾਪਣ ਵਾਸਤੇ ਲੰਬਾਈ। ਪਰ ਬ੍ਰਹਿਮੰਡ ਦੇ ਵਿੱਚ ਬਹੁਤ ਜ਼ਿਆਦਾ ਦੂਰੀ ਵੱਡੀ ਹੋਵੇ ਉਸ ਨੂੰ ਮਾਪਣ ਵਾਸਤੇ ਇੱਕ ਯੂਨਿਟ ਹੁੰਦਾ ਜੀ ਪਾਰਸੈਕ ਯੂਨਿਟ ਯੂਜ਼ ਕਰਦੇ ਹਾਂ। ਬਹੁਤ ਹੀ ਲੰਬੀ ਲੈਂਥ ਮਾਪਣੀ ਹੋਵੇ ਪੂਰੇ ਬ੍ਰਹਿਮੰਡ ਦੇ ਵਿੱਚ, ਉਸ ਨੂੰ ਮਾਪਣ ਵਾਸਤੇ ਸਾਡੇ ਕੋਲ ਪਾਰਸੈਕ ਹੈਗਾ। ਇਹਦਾ ਮਤਲਬ ਹੁੰਦਾ 2.6 ਲਾਈਟ ਈਅਰ। ਇੱਕ ਪਾਰਸੈਕ ਦਾ ਮਤਲਬ ਹੁੰਦਾ 3.26 ਲਾਈਟ ਈਅਰ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ ਹੈ। ਉਸ ਤੋਂ ਬਾਅਦ ਇੱਕ ਯੂਨਿਟ ਹੁੰਦਾ, ਇੱਕ ਆਂਗਸਟ੍ਰੋਮ ਜਿਹੜਾ ਯੂਨਿਟ ਹੁੰਦਾ ਹੈ, ਇਹ ਬੜੀ ਵਾਰੀ ਪੇਪਰਾਂ ਦੇ ਵਿੱਚ ਪੁੱਛਿਆ ਜਾਂਦਾ ਹੈ। ਇਹ ਤੁਸੀਂ ਜਿਹੜਾ ਦੇਖ ਕੇ ਨੋਟ ਕਰ ਲਓ। ਇਸ ਦੇ ਵਿੱਚ ਹੁੰਦਾ ਹੈ ਜੀ 10 ਦੀ ਪਾਵਰ -10 ਮੀਟਰ ਪਰ ਸੈਕਿੰਡ। ਠੀਕ ਹੈ ਜੀ, ਇਹ ਯੂਨਿਟ ਹੁੰਦਾ ਜੀ ਸਭ ਤੋਂ ਛੋਟਾ ਆਂਗਸਟ੍ਰੋਮ ਇਹਨੂੰ ਬੋਲਦੇ ਹਾਂ ਜੀ। ਤੁਸੀਂ ਇਹਦੇ ਬਾਰੇ ਆਪਾਂ ਵੇਖਾਂਗੇ ਜਦੋਂ ਮੂਨ ਦੇ ਬਾਰੇ ਆਪਾਂ ਗੱਲ ਕਰਾਂਗੇ ਨਾ, ਉਹਦੇ ਵਿੱਚ ਆਪਾਂ ਸਾਰਾ ਇਹਨੂੰ ਡਿਸਕਸ ਕਰਾਂਗੇ। ਤਾਂ ਇਹ 3-4 ਯੂਨਿਟ ਸੀਗੇ ਜਿਹੜੇ ਮੈਂ ਤੁਹਾਨੂੰ ਦੱਸਿਆ, ਜਿਹੜੇ ਇੰਪੋਰਟੈਂਟ ਨੇ ਲੈਂਥ ਵਾਈਜ਼ ਇਹ ਯੂਨਿਟ ਤੁਹਾਡੇ ਇੰਪੋਰਟੈਂਟ ਸੀ, ਜਿਹੜੇ ਮੈਂ ਤੁਹਾਨੂੰ ਦੱਸ ਚੁੱਕਿਆ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਜਿਹੜਾ ਵੇਟ ਵਾਈਜ਼ ਜਾਂ ਨੂੰ ਆਪਾਂ ਬੋਲੀਏ ਮਾਸ ਵਾਈਜ਼ ਆਪਾਂ ਗੱਲ ਕਰੀਏ ਤਾਂ ਇੱਕ ਕੁਇੰਟਲ ਜਿਹੜਾ ਹੁੰਦਾ ਜੀ 10 ਦੀ ਪਾਵਰ ਜਿਹੜਾ ਹੁੰਦਾ ਸਕੇਅਰ ਹੁੰਦਾ, ਮਤਲਬ 100 kg ਦੇ ਬਰਾਬਰ ਹੁੰਦਾ। ਅਤੇ ਇੱਕ ਜਿਹੜਾ ਮੈਟ੍ਰਿਕ ਟਨ ਹੁੰਦਾ, ਕਿਉਂਕਿ ਪਹਿਲਾਂ ਕੁਇੰਟਲ ਦੇ ਹਿਸਾਬ ਨਾਲ ਕੰਮ ਚੱਲਦਾ ਸੀ, ਅੱਜ ਵੀ ਚੱਲਦਾ, ਪਰ ਅੱਜ ਉਹ ਨਵਾਂ ਮੈਟ੍ਰਿਕ ਸਿਸਟਮ ਆ ਗਿਆ ਨਾ ਸਾਡਾ, 10 ਦੀ ਪਾਵਰ ਵਾਲਾ ਸਿਸਟਮ ਜਿਹੜਾ ਹੈ ਉਹਦੇ ਵਿੱਚ ਇੱਕ ਮੈਟ੍ਰਿਕ ਹੁੰਦਾ 10 ਦੀ ਪਾਵਰ 3, ਮਤਲਬ 1000 kg ਦੇ ਬਾਰੇ ਆਪਾਂ ਮੰਨ ਕੇ ਚੱਲਦੇ ਹਾਂ। ਠੀਕ ਹੈ ਜੀ, ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਗੱਲ ਕਰੀਏ, ਇੱਕ ਚੰਦਰ ਸ਼ੇਖਰ ਲਿਮਟ ਆਉਂਦੀ ਹੈ ਜੀ। ਚੰਦਰ ਸ਼ੇਖਰ ਇੱਕ ਇੰਡੀਆ ਦੇ ਸਾਇੰਟਿਸਟ ਸੀਗੇ। ਚੰਦਰ ਸ਼ੇਖਰ ਲਿਮਟ ਆਉਂਦੀ ਹੈ ਜਿਹੜੀ ਸਨ ਤੋਂ ਰਿਲੇਟਡ ਹੈਗੀ ਹੈ। ਉਹ ਤੁਸੀਂ ਜਸਟ ਇੱਕ ਫਾਰਮੂਲਾ ਇਹ ਲਿਮਟ ਯਾਦ ਕਰ ਲਓ, 1.4 ਸੀ। ਇਹ ਹੁੰਦਾ ਜੀ ਟਾਈਮਸ ਆਫ ਜਿਹੜਾ ਮਾਸ, ਜਿੰਨਾ ਵੀ ਮਾਸ ਹੈਗਾ ਸਨ ਦਾ, ਉਹਦਾ 1.4 ਇਹ ਚੰਦਰ ਸ਼ੇਖਰ ਲਿਮਟ ਹੈਗੀ। ਇਹਨੂੰ ਆਪਾਂ ਅੱਗੇ ਡਿਫਾਈਨ ਕਰਾਂਗੇ ਨੈਕਸਟ ਆਉਣ ਵਾਲੇ ਲੈਕਚਰਾਂ ਦੇ ਵਿੱਚ, ਜਦੋਂ ਆਪਾਂ ਸਨ ਦੇ ਬਾਰੇ ਸਟੱਡੀ ਕਰਾਂਗੇ। ਠੀਕ ਹੈ ਜੀ, ਉਸ ਤੋਂ ਬਾਅਦ ਆਪਾਂ ਗੱਲ ਕਰੀਏ ਟਾਈਮ ਦੇ ਬਾਰੇ। ਟਾਈਮ ਦੀ ਜਿਹੜਾ ਥਰਡ ਜਿਹੜਾ ਯੂਨਿਟ ਸੀਗਾ ਉਹ ਸੀਗਾ ਟਾਈਮ। ਤਾਂ ਇੱਕ ਯਾਦ ਰੱਖਣਾ, ਜਿਹੜਾ ਸੋਲਰ ਡੇ ਹੁੰਦਾ, ਸੋਲਰ ਡੇ ਕਿੰਨਾ ਟਾਈਮ ਹੁੰਦਾ, ਉਹ ਹੁੰਦਾ ਜੀ 86,400 ਸੈਕਿੰਡ ਦਾ ਹੁੰਦਾ ਹੈ ਸੋਲਰ ਡੇ। ਮਤਲਬ ਇਹਨੂੰ ਆਪਾਂ ਕਹਿ ਸਕਦੇ ਹਾਂ ਕਿ 24 ਘੰਟਿਆਂ ਦਾ ਹੁੰਦਾ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਉਸ ਤੋਂ ਬਾਅਦ ਆਪਾਂ ਗੱਲ ਕਰੀ ਜੀ ਇੱਕ ਈਅਰ ਜਿਹੜਾ ਹੁੰਦਾ, ਇੱਕ ਈਅਰ ਟੋਟਲ ਕਿੰਨਾ ਹੁੰਦਾ ਜੀ, ਇਹ 365.1/4 ਡੇ ਹੁੰਦਾ, ਕਿਉਂਕਿ ਇਹੀ ਚੌਥਾ ਹਿੱਸਾ ਹਰ 4 ਸਾਲ ਬਾਅਦ ਜਾ ਕੇ ਜੋੜ ਕੇ ਕੀ ਹੁੰਦਾ ਜੀ 366 ਦਿਨ ਬਣ ਜਾਂਦੇ ਨੇ, ਅਤੇ 29 ਫਰਵਰੀ ਦਾ ਦਿਨ ਬਣਦਾ ਹੈ ਫਰਵਰੀ ਮਹੀਨੇ ਦੇ ਵਿੱਚ। ਠੀਕ ਹੈ ਜੀ,
ਉਸ ਤੋਂ ਬਾਅਦ ਆਪਾਂ ਗੱਲ ਕਰ ਲੈਂਦੇ ਹਾਂ ਤੇ ਲੀਪ ਈਅਰ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਕਿ ਹਰ ਇੱਕ ਪੁਆਇੰਟ ਜਿਹੜਾ 1/4 ਪਾਰਟ ਹੁੰਦਾ ਹੈ ਇਹ ਹਰ ਇੱਕ ਅੱਧੇ ਇੱਕ ਸਾਲ ਬਾਅਦ ਜੁੜਦਾ ਤੇ ਚੌਥੇ ਸਾਲ ਜਾ ਕੇ 29 ਫਰਵਰੀ ਬਣਦੀ ਹੈ। ਇਹ ਸੀਗਾ ਜੀ ਤੁਹਾਡੇ ਯੂਨਿਟ ਸਿਸਟਮ ਸੀਗਾ ਮੈਜ਼ਰਮੈਂਟ ਵਾਸਤੇ। ਇਹ ਤੁਹਾਨੂੰ ਪੇਪਰਾਂ ਦੇ ਵਿੱਚ ਪੁੱਛਿਆ ਜਾ ਸਕਦਾ ਹੈ। ਮੈਟ੍ਰਿਕ ਸਿਸਟਮ ਜਿਹੜਾ 1960 ਦੇ ਵਿੱਚ ਅਸੀਂ ਯੂਜ਼ ਕੀਤਾ ਸੀਗਾ, ਇਹਦੇ ਵਿੱਚ ਸੀਗਾ ਕਿ ਇੱਕ ਬਹੁਤ ਹੀ ਵੱਡੀ ਦੂਰੀ ਨੂੰ ਮਾਪਣਾ ਹੋਵੇ ਤਾਂ ਆਪਾਂ ਪੋਜ਼ਿਟਿਵ ਦੇ ਵਿੱਚ ਵੀ ਲੈ ਕੇ ਚੱਲਦੇ ਹਾਂ। ਜੇ ਬਹੁਤ ਹੀ ਛੋਟੀ ਦੂਰੀ ਨੂੰ ਮਾਪਣਾ ਹੋਵੇ, ਬਿਲਕੁਲ ਜਿਹੜੀਆਂ ਆਪਣੀਆਂ ਅੱਖਾਂ ਦੇ ਨਾਲ ਅਸੀਂ ਨਹੀਂ ਵੇਖ ਸਕਦੇ, ਉਸ ਦੂਰੀ ਨੂੰ ਮਾਪਣਾ ਹੋਵੇ ਤਾਂ ਫਿਰ ਆਪਾਂ 10 ਦੀ ਪਾਵਰ ਮਾਈਨਸ ਦੇ ਵਿੱਚ ਲੈ ਕੇ ਚੱਲਦੇ ਹਾਂ। ਤੇ ਇਸ ਦੇ ਵਿੱਚ ਦੇਖੋ ਜੀ, ਪਹਿਲੀ ਹੁਣ ਜਿਵੇਂ ਡੈਕਾ ਹੁੰਦਾ ਜੀ, ਡੈਕਾ ਹੁੰਦਾ ਹੈ 10 ਦੀ ਪਾਵਰ 1 ਜਦੋਂ ਹੋਵੇ ਤਾਂ ਉਹਨੂੰ ਆਪਾਂ ਬੋਲਦੇ ਹਾਂ ਜੀ, ਜੇ ਮੈਂ 1 ਮੀਟਰ ਦੇ 10 ਟੁਕੜੇ ਕਰ ਦੇਵਾਂ ਤੇ ਇੱਕ ਟੁਕੜੇ ਨੂੰ ਆਪਾਂ ਡੈਕਾ ਬੋਲਾਂਗੇ, ਠੀਕ ਹੈ ਜੀ। ਇਸੇ ਤਰ੍ਹਾਂ ਹੀ ਅਗਰ ਮੈਂ 1 ਮੀਟਰ ਦੇ 100 ਟੁਕੜੇ ਕਰ ਦੇਵਾਂ ਤੇ ਜਿਹੜਾ ਇੱਕ ਟੁਕੜਾ ਹੋਏਗਾ ਉਹਨੂੰ ਆਪਾਂ ਹੈਕਟੋ ਬੋਲਾਂਗੇ, 10 ਦੀ ਪਾਵਰ 2, ਠੀਕ ਹੈ ਜੀ। ਤੇ ਕਿਲੋ ਦਾ ਮਤਲਬ ਹੁੰਦਾ ਜੀ, ਅਗਰ ਮੈਂ 1 ਮੀਟਰ ਦੇ 1000 ਟੁਕੜੇ ਕਰਦਾ ਤੇ ਇੱਕ ਜਿਹੜਾ ਪਾਰਟ ਹੋਏਗਾ ਉਹਨੂੰ ਆਪਾਂ ਕਿਲੋ ਬੋਲਾਂਗੇ, ਠੀਕ ਹੈ ਜੀ। ਤੇ ਇਸ ਤਰ੍ਹਾਂ ਇਹ ਸਾਰੇ ਕੀ ਹੁੰਦੇ ਜੀ, ਇਸ ਤਰ੍ਹਾਂ ਇਹ ਸਾਰੇ ਜਿਵੇਂ ਕਿਲੋ ਦੇ ਵਿੱਚ ਪਾਵਰ, ਬਸ ਪਾਵਰ ਯਾਦ ਕਰ ਲਓ, ਕਿਉਂਕਿ ਇਹਦੇ ਵਿੱਚ ਤੁਸੀਂ ਇੰਨਾ ਯਾਦ ਰੱਖੋ ਕਿ ਕਿਲੋ ਦੀ ਪਾਵਰ 3 ਹੁੰਦੀ ਹੈ, ਮੈਗਾ ਦੀ ਪਾਵਰ, ਮੈਗਾ ਵੱਡਾ ਹੁੰਦਾ 10 ਦੀ ਪਾਵਰ 6 ਹੁੰਦੀ ਹੈ, ਗੀਗਾ 10 ਦੀ ਪਾਵਰ 9, ਟੈਰਾ 10 ਦੀ ਪਾਵਰ 12, ਪੀਟਾ 10 ਦੀ ਪਾਵਰ 15, ਐਗਜ਼ਾ 10 ਦੀ ਪਾਵਰ 18, ਠੀਕ ਹੈ ਜੀ। ਇਹ ਵੱਡੇ ਯੂਨਿਟ ਨੇ। ਉਸ ਤੋਂ ਬਾਅਦ ਆਪਾਂ ਸਭ ਤੋਂ ਛੋਟਾ ਯੂਨਿਟ ਜਿਹੜਾ ਹੁੰਦਾ ਉਹ ਹੁੰਦਾ ਡੈਸੀ ਮਤਲਬ ਹੁੰਦਾ ਹੈ, ਜਾਂ ਅਗਰ ਇੱਕ ਟੁਕੜੇ ਦੀ ਗੱਲ ਕਰ ਰਿਹਾ ਮਾਈਨਸ ਦੇ ਵਿੱਚ, ਅਗਰ ਮੈਂ 10 ਜੇ ਜਿਵੇਂ 1 ਮੀਟਰ ਸੀਗਾ ਉਹਦੇ 10 ਉੱਦਾਂ ਵਰਗੇ 10 ਟੁਕੜੇ ਰੱਖੇ ਸੀ ਤੇ ਉਹਨੂੰ ਆਪਾਂ ਡੈਕਾ ਬੋਲ ਰਹੇ ਸੀ ਨਾ। ਜੇ ਅਗਰ ਮੈਂ 10 ਟੁਕੜੇ ਕਰਕੇ ਇੱਕ ਟੁਕੜੇ ਦੀ ਗੱਲ ਕਰਾਂ, ਉਸ ਨੂੰ ਕੱਟ ਕੇ, ਤਾਂ ਉਸ ਨੂੰ ਹੁੰਦਾ ਆਪਾਂ ਬੋਲਾਂਗੇ ਡੈਸੀ, ਠੀਕ ਹੈ ਜੀ। ਅਗਰ ਮੈਂ 100 ਟੁਕੜੇ ਕਰ ਦੂੰਗਾ, ਇੱਕ ਟੁਕੜੇ ਦੀ ਗੱਲ ਕਰੂੰਗਾ ਉੱਥੇ, ਫਿਰ ਮੈਂ ਉੱਥੇ ਬੋਲੂੰਗਾ ਸੈਂਟੀ, ਤੇ 10 ਦੀ ਪਾਵਰ -2 ਹੁੰਦਾ ਸੈਂਟੀ। ਮਿਲੀ ਹੁੰਦਾ 10 ਦੀ ਪਾਵਰ -3। ਉਸ ਤੋਂ ਬਾਅਦ ਜਿਹੜਾ ਮਾਈਕਰੋ ਹੁੰਦਾ ਇਹ ਛੋਟਾ ਹੁੰਦਾ। ਮਾਈਕਰੋ ਆਪਾਂ ਤੁਸੀਂ ਦੇਖਿਆ ਹੋਏਗਾ, ਕਈ ਬੱਚੇ ਜਿਹੜੇ ਕਾਲਜ ਦੇ ਵਿੱਚ ਤੁਸੀਂ ਦੇਖਿਆ ਮਾਈਕਰੋ ਜਿਹੜੇ ਨਕਲ ਮਾਰਨ ਵਾਲੇ ਬੱਚੇ ਉਹ ਕਰਵਾਉਂਦੇ ਨੇ, ਤੇ ਮਾਈਕਰੋ ਦਾ ਮਤਲਬ ਹੁੰਦਾ ਛੋਟਾ ਕਰਨਾ। ਇਹਦੇ ਵਿੱਚ 10 ਦੀ ਪਾਵਰ -6 ਇਹ ਹੁੰਦਾ ਮਾਈਕਰੋ ਕਰਨਾ। ਕਈ ਸਟੂਡੈਂਟ ਨੂੰ ਅੱਜ ਪਤਾ ਲੱਗਿਆ ਹੋਏਗਾ ਕਿ ਮਾਈਕਰੋ ਵੀ ਇਹਨੂੰ ਹੀ ਬੋਲਦੇ ਹੁੰਦੇ ਆ। ਇੱਦਾਂ ਵੈਲਿਊ ਨੂੰ, ਜਿਹੜਾ ਅਕਸ਼ਰ ਹੁੰਦੇ ਇਹਨੂੰ ਛੋਟਾ ਕਰ ਦਿੱਤਾ ਜਾਂਦਾ 10 ਦੀ ਪਾਵਰ -6। ਉਸ ਤੋਂ ਬਾਅਦ ਪੀਕੋ ਜਿਹੜਾ ਹੁੰਦਾ 10, ਜਿਹੜਾ ਨੈਨੋ ਹੁੰਦਾ 10 ਦੀ ਪਾਵਰ -9, ਪੀਕੋ ਹੁੰਦਾ 10 ਦੀ ਪਾਵਰ -12, ਫੈਮਟੋ ਹੁੰਦਾ 10 ਦੀ ਪਾਵਰ 15 ਤੇ ਓਟੋ ਹੁੰਦਾ 10 ਦੀ ਪਾਵਰ 18। ਇਹ ਸੀਗਾ ਤੁਹਾਡਾ ਜੀ ਅੱਜ ਤੱਕ ਦਾ ਜਿਹੜਾ ਚੈਪਟਰ ਹੈ ਜਿਹੜਾ ਕੰਪਲੀਟ ਹੋ ਚੁੱਕਿਆ ਹੈ। ਤੇ ਇਸੇ ਤਰ੍ਹਾਂ ਜੀ, ਜੇ ਤੁਹਾਨੂੰ ਇਹ ਜਿਹੜਾ ਵੀਡੀਓ ਵਧੀਆ ਲੱਗਿਆ ਹੋਵੇ ਤਾਂ ਇਸ ਨੂੰ ਤੁਸੀਂ ਇਹ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ, ਸਬਸਕ੍ਰਾਈਬ ਵੀ ਕਰ ਦੇਣਾ ਚੈਨਲ ਨੂੰ, ਤਾਂ ਕਿ ਹੋਰ ਸਟੂਡੈਂਟ ਨੂੰ ਵੀ ਦੱਸ ਦੇਣਾ। ਤੇ ਇਸ ਦੇ ਵਿੱਚ ਮੈਂ ਨੈਕਸਟ ਵੀਡੀਓ ਮੈਂ ਬਹੁਤ ਛੇਤੀ ਲੈ ਕੇ ਆਊਂਗਾ। ਤੇ ਤਦ ਤੱਕ ਲਈ ਥੈਂਕ ਯੂ ਫॉर ਵਾਚਿੰਗ ਮਾਈ ਲੈਕਚਰਸ। ਜਿਹੜੀ ਲਰਨਿੰਗ ਹੈ ਇਹ ਪ੍ਰਾਈਸਲੈਸ ਹੈ, ਕੋਈ ਦਿੱਕਤ ਵਾਲੀ ਗੱਲ ਨਹੀਂ ਹੈ। ਤੁਸੀਂ ਇਸ ਜਿਹੜੇ ਚੈਨਲ ਨੂੰ ਪਲੀਜ਼ ਹੋਰਾਂ ਨੂੰ ਵੀ ਦੱਸਣਾ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ। ਧੰਨਵਾਦ ਸਭ ਦਾ।